ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਰਾਗ ਦੇ ਦੂਜੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਡਰ ਕਰ ਘਰ ਡਰ, ਡਰ ਡਰ ਜਾਏ, ਸੋ ਡਰ ਕੇ ਹਰ ਜਿਤ ਡਰ ਡਰ ਪਾਏ। ਤੁਧ ਬਿਨ ਦੂਜੀ ਨਾਹੀਂ ਜਾਏ, ਜੋ ਕੁਛ ਕਰ ਵਰਤੇ ਸਭ ਤੇਰੀ ਰਜਾਏ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾਓ। ਨਾ ਜੀਓ ਮਰੇ ਨਾ ਡੂਬੇ ਤਰੇ, ਜਿਨ ਕਿਛ ਕੀਆ ਸੋ ਕੁਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਹੰਸ ਹੇਤ ਆਸਾ ਅਸਮਾਨ, ਤਿਸ ਵਿੱਚ ਭੂਖ ਬਹੁਤ ਨੈਸਾਨ। ਭਉ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਈ 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 ਕੋਇ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਜਾ ਕੇ ਜੀ ਜੰਤ ਧਨ ਮਾਲ। ਨਾਨਕ ਆਖਣ ਬਿਖਮ ਵਿਚਾਰ। ਗੁਰੂ ਜੀ ਕਹਿੰਦੇ ਹਨ ਕਿ ਜਦ ਹਿਰਦਾ ਰੱਬੀ ਡਰ ਵਿੱਚ ਆ ਜਾਵੇ ਤਾਂ ਹਿਰਦੇ ਵਿੱਚ ਰੱਬੀ ਡਰ ਵਸ ਜਾਂਦਾ ਹੈ ਜੀ। ਅਤੇ ਇਸ ਡਰ ਨਾਲ ਦੁਨਿਆਵੀ ਡਰ ਦੂਰ ਹੋ ਜਾਂਦਾ ਹੈ ਜੀ। ਉਹ ਰੱਬੀ ਡਰ ਕਾਹਦਾ ਹੋਇਆ, ਜਿਸ ਡਰ ਨਾਲ ਕੋਈ ਹੋਰ ਡਰ ਆ ਜਾਵੇ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪ੍ਰਭੂ, ਤੇਰੇ ਤੋਂ ਬਿਨਾਂ ਜੀਵ ਲਈ ਕੋਈ ਹੋਰ ਦੂਜੀ ਜਗ੍ਹਾ ਨਹੀਂ ਹੈ ਜੀ। ਜੋ ਕੁਛ ਵਰਤਦਾ ਹੈ ਸਭ ਤੇਰੀ ਰਜ਼ਾ ਅੰਦਰ ਹੀ ਵਰਤ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਡਰੀਏ ਤਾਂ ਜਿੱਥੇ ਤੋਂ ਬਿਨਾਂ ਕੋਈ ਹੋਰ ਡਰ ਹੋਵੇ। ਭਾਵ ਡਰਨ ਦੀ ਲੋੜ ਨਹੀਂ, ਕਿਉਂਕਿ ਕਿਸੇ ਦੁਨਿਆਵੀ ਡਰ ਤੋਂ ਡਰ ਕੇ ਡਰਨਾ ਮਨ ਦਾ ਰੌਲਾ ਗੌਲਾ, ਭਾਵ ਅਸਥਿਰਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਜਗਿਆਸੂ ਨੂੰ ਰੱਬੀ ਭਿਆ ਦਾ ਗਿਆਨ ਹੋ ਜਾਵੇ, ਉਹ ਸਮਝਦਾ ਹੈ ਕਿ ਜੀਵ ਆਪਣੇ ਆਪ ਨਾ ਮਰਦਾ ਹੈ, ਨਾ ਡੁੱਬਦਾ ਹੈ ਅਤੇ ਨਾ ਤਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਪਰਮੇਸ਼ਰ ਨੇ ਜੋ ਕੁਝ ਪੈਦਾ ਕੀਤਾ ਹੈ, ਉਹ ਪਰਮੇਸ਼ਰ ਆਪ ਹੀ ਕੁਝ ਕਰਦਾ ਹੈ ਜੀ। ਜੀਵ ਉਸ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਜਗਤ ਵਿੱਚ ਆਉਂਦਾ ਅਤੇ ਹੁਕਮ ਅਨੁਸਾਰ ਹੀ ਜਗਤ ਤੋਂ ਚਲਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਹਿਲੇ ਕੀਤੇ ਪਿੱਛੋਂ ਕੀ, ਹੁਕਮ ਅਨੁਸਾਰ ਹੀ ਜੀਵ ਉਸ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ ਜੀ। ਭਾਵ ਜੋ ਗੁਰਸ਼ਬਦ ਨੂੰ ਸਮਝਦਾ ਹੈ ਉਹ ਉਸ ਗੁਰਬਾਣੀ ਰਾਹੀਂ ਹਰ ਮੂਲ ਨਾਲ ਜੁੜ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਅੰਦਰ ਰੱਬੀ ਡਰ, ਨਿਰਭੈਤਾ, ਮੋਹ ਅਤੇ ਆਸਾ ਅਸਮਾਨ ਵੱਤ ਬਹੁਤ ਹੀ ਉੱਚੀ ਪੱਧਰ 'ਤੇ ਵਿਆਪ ਰਹੀ ਹੈ ਜੀ, ਅਤੇ ਪਦਾਰਥਾਂ ਦੀ ਭੁੱਖ ਨਦੀ ਸਮਾਨ ਬਹੁਤ ਵਿਸ਼ਾਲ ਹੈ ਜੀ। ਜਿਹੜਾ ਮਨੁੱਖ ਰੱਬੀ ਭੈ ਨੂੰ ਖਾਣ ਪੀਣ ਦਾ ਆਧਾਰ ਬਣਾ ਲੈਂਦਾ ਹੈ ਜੀ, ਉਹ ਤ੍ਰਿਸ਼ਨਾ ਵੱਲੋਂ ਤ੍ਰਿਪਤ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜੇ ਮਨੁੱਖ ਰੱਬੀ ਭੈ ਨੂੰ ਜੀਵਨ ਆਧਾਰ ਨਹੀਂ ਬਣਾਉਂਦੇ, ਉਹ ਮੂਰਖ ਭੈ ਦਾ ਭੋਜਨ ਖਾਧੇ ਬਿਨਾਂ ਮਰ ਕੇ ਖੱਜਲ ਖੁਆਰ ਹੁੰਦੇ ਰਹਿੰਦੇ ਹਨ ਜੀ। ਭਾਵ
ਵਿਕਾਰਾਂ ਵਿੱਚ ਜ਼ਿੰਦਗੀ ਬਤੀਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਗਤ ਵਿੱਚ ਜਿਸ ਮਨੁੱਖ ਦਾ ਕੋਈ ਇੱਕ ਅੱਧਾ ਸਹਾਇਕ ਹੁੰਦਾ ਹੈ, ਉਹ ਵੀ ਕੋਈ ਭਾਵ ਵਿਰਲਾ ਹੀ ਤੋੜ ਨਿਭਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਹੇ ਪਰਮੇਸ਼ਰ, ਸਭ ਕੁਝ ਤੇਰਾ ਬਣਾਇਆ ਹੋਇਆ ਹੈ ਅਤੇ ਤੂੰ ਹੀ ਸਾਰਿਆਂ ਦਾ ਸੋਈ ਸਾਰ ਲੈਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜਿਸ ਪਰਮੇਸ਼ਰ ਦੇ ਜੀਵ ਜੰਤੂ ਧਨ ਪਦਾਰਥ ਪੈਦਾ ਕਰਦੇ ਹਨ ਅਤੇ ਉਹ ਫਿਰ ਉਸੇ ਵਿੱਚ ਹੀ ਲਪਟੇ ਰਹਿੰਦੇ ਹਨ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਉਸ ਦਾ ਵਿਖਿਆਨ ਅਤੇ ਵਿਚਾਰ ਕਰਨਾ ਬਹੁਤ ਕਠਿਨ ਹੈ ਜੀ। ਇਸ ਦਾ ਸਾਰ ਇਸ ਤਰ੍ਹਾਂ ਕਰੀਏ, ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਜਿਸ ਕਾ ਕੋਈ ਕੋਏ, ਸਭ ਕੋ ਤੇਰਾ, ਤੂੰ ਸਭਨਾ ਕਾ ਸੋਏ। ਤੇਰੇ ਬਿਨਾਂ ਪ੍ਰਥਮ ਤੋਂ ਕਿਸੇ ਦਾ ਕੋਈ ਨਹੀਂ। ਜੇ ਕੋਈ ਜਿਸ ਕਿਸੇ ਦਾ ਹੈ, ਸੋਈ ਕਹੇ ਕੋਏ। ਭਾਵ ਕਿ ਕੋਈ ਨਹੀਂ ਹੈ, ਤੂੰ ਹੀ ਸਭਨਾਂ ਦਾ ਮਾਲਕ ਹੈ ਜੀ ਅਤੇ ਤੇਰੇ ਹੀ ਸਭ ਦਾਸ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀ ਭਾਵੇਂ ਰਾਮ ਦੀਆਂ ਸ਼ੈ ਆਸਾ ਨਾਲ ਹਿੱਤ ਕਰਕੇ ਮਾਇਆ ਦਾ ਹੰਸ ਬਣ ਗਿਆ ਹੈ ਜੀ। ਆਸਾ ਦਾ ਕੋਈ ਹੱਦ ਬੰਨਾ ਨਹੀਂ, ਇਹ ਅਸਮਾਨ ਨੂੰ ਜਾ ਛੂੰਹਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖੀ ਮਨ ਚਾਹੁੰਦਾ ਹੈ ਕਿ ਆਸਾ ਮੇਰੇ ਮਨ ਵਿੱਚ ਵਸ ਵਿੱਚ ਆਇਆ ਜਾਵੇ ਅਤੇ ਮੈਂ ਖਾਵਾਂ ਪੀਵਾਂ ਮੌਜ ਕਰਾਂ, ਜੋ ਵੀ ਵਿਕਾਰ ਕਰਨੇ ਹਨ ਕਰਾਂ। ਜਿਵੇਂ ਆਕਾਸ਼ ਅੱਖਾਂ ਦੇ ਵਸ ਵਿੱਚ ਨਹੀਂ ਹੁੰਦਾ, ਇਸੇ ਤਰ੍ਹਾਂ ਆਸਾ ਮਨ ਦੇ ਵਿੱਚ ਕਦੀ ਵੀ ਨਹੀਂ ਆ ਸਕਦੀ ਜੀ। ਭਾਵ ਵਿਕਾਰ ਵਿੱਚ ਖਾਣ ਪੀਣ ਦੀਆਂ ਮੌਜ ਮਸਤੀਆਂ ਤੇ ਕਦੀ ਵੀ ਰੱਜ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਮਨੁੱਖ ਦੇ ਮਨ ਵਿੱਚ ਪਰਮੇਸ਼ਰ ਦਾ ਭਾਵ ਆ ਜਾਏ, ਫਿਰ ਜੋ ਤੱਤ ਵਸਤੂ ਹੈ, ਜੋ ਖਾਣ ਪੀਣ ਦੀਆਂ ਮੌਜਾਂ ਹਨ, ਇਹ ਡੋਲਣ ਤੋਂ ਬਚ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜਾ ਜਗਿਆਸੂ ਭੈ ਭੰਜਨ ਭਾਵ ਗੁਰਸ਼ਬਦ ਨਾਲ ਜੁੜ ਕੇ ਸਵਾਮੀ ਦਾ ਭਾਵ ਗੁਰਮਤਿ ਦੀ ਜ਼ਿੰਦਗੀ ਦੀ ਬਤੀਤ ਕਰਦਿਆਂ ਦਾ ਰੂਪੀ ਭੋਜਨ ਛਕਦਾ ਹੈ, ਉਹ ਪਰਮੇਸ਼ਰ ਦੇ ਮਾਰਗ ਵਿੱਚ ਅੱਕਦਾ ਥੱਕਦਾ ਨਹੀਂ ਜੀ ਅਤੇ ਨਾ ਹੀ ਉਹ ਕਿਸੇ ਆਵਾਗਮਨ ਵਿੱਚ ਪੈਂਦਾ ਹੈ ਜੀ। ਜਿਹੜਾ ਜਗਿਆਸੂ ਭੰਨਣ ਕੱਢਣ ਸਮਰੱਥ ਨੂੰ ਭੁਲਾ ਦਿੰਦਾ ਹੈ, ਆਸਾ ਤ੍ਰਿਸ਼ਨਾ ਮੋਹ ਮਾਇਆ ਮਮਤਾ ਵਿਸ਼ੇ ਵਿਕਾਰ ਆਦਿ ਵੈਰੀ ਉਸਦਾ ਪਿੱਛਾ ਨਹੀਂ ਛੱਡਦੇ, ਜਿਸ ਕਰਕੇ ਉਹ ਸਦਾ ਅਤ੍ਰਿਪਤ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਮਨ ਵਿੱਚੋਂ ਪਦਾਰਥਾਂ ਦੀ ਮਲਕੀਅਤ ਮੁੱਕਦੀ ਹੈ, ਹੋਂਦ ਦਾ ਵਿਨਾਸ਼ ਹੋ ਜਾਂਦਾ ਹੈ ਜੀ। ਸਾਰੀ ਸ੍ਰਿਸ਼ਟੀ ਮਾਲਕ ਦੀ ਦਿਸਣ ਲੱਗ ਪੈਂਦੀ ਹੈ ਜੀ। ਫਿਰ ਹਰ ਪਾਸੇ ਪਰਮੇਸ਼ਰ ਦੀ ਸੰਗਤ ਅਤੇ ਉਸ ਦਾ ਹੁਕਮ ਵਰਤਦਾ ਦਿਖਾਈ ਦਿੰਦਾ ਹੈ ਜੀ, ਕਿਉਂਕਿ ਉਸ ਨੇ ਗੁਰਸ਼ਬਦ ਗੁਰਬਾਣੀ ਨੂੰ ਅਪਣਾ ਕੇ ਗੁਰਮਤਿ ਦਾ ਜੀਵਨ ਅਪਣਾ ਕੇ ਇਸ ਚੀਜ਼ ਨੂੰ ਸਮਝ ਲਿਆ ਹੁੰਦਾ ਹੈ ਕਿ ਹਰ ਮੂਲ ਨਾਲ ਹੀ ਜੁੜਨਾ ਸਭ ਕੁਝ ਹੈ ਜੀ। ਫਿਰ ਉਸ ਦੀ ਰਜਾ ਸਮਝ ਆਉਂਦੀ ਹੈ ਜੀ, ਇੱਥੋਂ ਤੱਕ ਕਿ ਜਨਮ ਮਰਨ ਦਾ ਸੰਸਾਰ ਵੀ ਖਤਮ ਹੋ ਜਾਂਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਕਿ ਹਿਰਦੇ ਵਿੱਚ ਨਿਰਮਲ ਭਾਵ ਗੁਰਸ਼ਬਦ ਗੁਰਬਾਣੀ ਧਾਰਨ ਨਾਲ ਅਤੇ ਨਿਰੰਤਰ ਭਗਤੀ ਗੁਰਮਤ ਦੁਆਰਾ ਛੇਤੀ ਹੀ ਵਾਹਿਗੁਰੂ ਜੀ ਦੀ ਸਮੀਪਤਾ ਪ੍ਰਾਪਤ ਹੋ ਜਾਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।